ਦੋਸਤੋ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਬੜੀ ਲੜਾਈ ਚੱਲ ਰਹੀ ਹੈ। ਮੁੱਖ ਮੰਤਰੀ ਵਰਸਸ ਪਟਵਾਰੀ ਤੇ ਜਿਹੜੇ ਕਾਨੂੰਗੋ ਨੇ, ਕੋਈ ਵੀ ਇਹਦੇ ਉੱਤੇ ਬੋਲਣ ਲਈ ਤਿਆਰ ਨਹੀਂ। ਸਾਰੇ ਹੀ ਤਮਾਸ਼ਾ ਦੇਖ ਰਹੇ ਨੇ ਦੋਵਾਂ ਧਿਰਾਂ ਦਾ। ਇਹ ਕੋਈ ਪਹਿਲਾ ਮੌਕਾ ਨਹੀਂ ਕਿ ਜਦੋਂ ਪੰਜਾਬ ਦੇ ਵਿੱਚ ਪਟਵਾਰੀ ਜਾਂ ਕਾਨੂੰਗੋ ਹੜਤਾਲ ਤੇ ਚੱਲੇ ਹੋਣ। ਇਹ ਤੋਂ ਪਹਿਲਾਂ PCS ਅਫਸਰ ਇੱਕ ਵਾਰੀ ਹੜਤਾਲ ਤੇ ਗਏ, ਇੱਕ ਵਾਰੀ IAS ਅਫਸਰਾਂ ਨੇ ਹੜਤਾਲ ਦੀ ਜਿਹੜੀ ਉਹ ਧਮਕੀ ਦਿੱਤੀ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਾਲਾਤ ਕੇਵਲ ਸਾਡੇ ਹੀ ਸੂਬੇ 'ਚ ਕਿਉਂ ਬਣਦੇ ਆ। ਸਾਡੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਹਰਿਆਣਾ, ਹਿਮਾਚਲ, ਰਾਜਸਥਾਨ 'ਚ ਕਦੇ ਵੀ ਇਹੋ ਜਿਹੇ ਹਾਲਾਤ ਨਹੀਂ ਬਣੇ ਕਿ PCS ਲੈਵਲ ਦੇ ਅਫਸਰ, IAS ਲੈਵਲ ਦੇ ਅਫਸਰ ਜਿਹੜੇ ਨੇ ਉਹ ਹੜਤਾਲਾਂ ਦੇ ਉੱਤੇ ਚਲੇ ਜਾਣ। ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਪਟਵਾਰੀ ਕਾਨੂੰਗੋ ਕਹਿ ਰਹੇ ਆ ਕਿ ਮੁੱਖ ਮੰਤਰੀ ਨੇ ਜੋ ਕਰਨਾ ਉਹ ਕਰ ਲਵੇ, ਅਸੀਂ ਹੜਤਾਲ ਕਰਨੀ ਆ। ਮੁੱਖ ਮੰਤਰੀ ਅੱਗੋਂ ਕਹਿ ਰਿਹਾ ਕਿ ਜੇ ਹੜਤਾਲ ਕੀਤੀ ਤੇ ਮੈਂ ਐਸਮਾ ਜਿਹੜਾ ਕਾਨੂੰਨ ਹੈ, ਐਸਮਾ 1947 ਦੇ ਵਿੱਚ ਇੱਕ ਕਾਨੂੰਨ ਬਣਿਆ ਸੀਗਾ, ਉਹ ਲਾਗੂ ਕਰ ਦੇਣਾ, ਜਿਹਨੂੰ ਪੂਰੀ ਜਿਹੜੀ ਉਹਦੀ ਬਣਦਾ ਹੈ ਅਸੈਂਸ਼ੀਅਲ ਸਰਵਿਸ ਮੇਨਟੇਨੈਂਸ ਐਕਟ ਜਿਹੜਾ 1947 ਹੈ। ਮੁੱਖ ਮੰਤਰੀ ਕਹਿ ਰਹੇ ਕਿ ਮੈਂ ਉਹ ਲਾਗੂ ਕਰ ਦੇਣਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਦੋਵਾਂ ਧਿਰਾਂ ਦੀ ਲੜਾਈ ਦੇ ਵਿੱਚ ਨੁਕਸਾਨ ਕਿਸ ਦਾ ਹੋ ਰਿਹਾ, ਖੱਜਲ ਕੌਣ ਹੋ ਰਿਹਾ। ਮਜ਼ੇਦਾਰ ਚੀਜ਼ ਇਹ ਹੈ ਕਿ ਦੋਵਾਂ ਧਿਰਾਂ ਹੀ ਲੋਕਾਂ ਦੇ ਪੈਸੇ ਦੇ ਨਾਲ ਤਨਖਾਹ ਲੈਂਦੀਆਂ ਨੇ, ਲੋਕਾਂ ਦੇ ਦਿੱਤੇ ਟੈਕਸ ਦੇ ਨਾਲ ਤਨਖਾਹਾਂ ਲੈਂਦੀਆਂ ਨੇ, ਘਰ ਦੀਆਂ ਸੁੱਖ ਸਹੂਲਤਾਂ ਤੇ ਜਿਹੜੇ ਉਹਨਾਂ ਮੰਤਰੀ ਸੰਤਰੀ ਗੱਡੀਆਂ ਚਲਾਉਂਦੇ ਨੇ ਜਾਂ ਅਫਸਰਾਂ ਦੇ ਜਿਹੜੇ ਘਰ ਦਾ ਗੁਜ਼ਾਰਾ ਚੱਲਦਾ ਜਾਂ ਜਿਹੜੀਆਂ ਸਹੂਲਤਾਂ ਲੋਕਾਂ ਦੇ ਟੈਕਸ ਨਾਲ ਹੀ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ। ਔਰ ਉਹਨਾਂ ਦੀ ਲੜਾਈ ਦੇ ਵਿੱਚ ਖੱਜਲ ਵੀ ਜਿਹੜੇ ਉਹ ਲੋਕ ਹੀ ਹੋ ਰਹੇ ਆ। ਸਿਰਫ ਲੋਕਾਂ ਦਾ ਨੁਕਸਾਨ ਹੋਣਾ, ਨੁਕਸਾਨ ਦੋਵਾਂ ਵਿੱਚੋਂ ਕਿਸੇ ਦਾ ਨਹੀਂ ਹੋਣਾ। ਤਨਖਾਹਾਂ ਦੋਵਾਂ ਨੂੰ ਮਿਲਦੀਆਂ ਰਹਿਣੀਆਂ ਵਾ, ਅਖੀਰ ਦੇ ਵਿੱਚ ਦੋਵਾਂ ਦਾ ਰਾਜੀਨਾਮਾ ਹੋ ਜਾਣਾ ਵਾ ਤੇ ਨੁਕਸਾਨ ਸਿਰਫ ਪਬਲਿਕ ਦਾ ਤੇ ਜਨਤਾ ਦਾ ਹੋਣਾ, ਜਿਹੜਾ ਹਮੇਸ਼ਾ ਹੀ ਹੁੰਦਾ ਵਾ। ਬਸ ਦੋਵਾਂ ਨੇ ਪਬਲਿਕ ਨੂੰ ਨਾ ਹਥਿਆਰ ਬਣਾ ਲਿਆ, ਇੱਕ ਦੂਜੇ ਨੂੰ ਡਰਾਉਣ ਦਾ, ਇੱਕ ਦੂਜੇ ਦੇ ਉੱਤੇ ਦਬਾਅ ਬਣਾਉਣ ਦਾ। ਸੱਤਾਧਾਰੀ ਸੋਚਦੇ ਆ ਕਿ ਐਸਮਾ ਕਾਨੂੰਨ ਅਸੀਂ ਲਾਵਾਂਗੇ ਤੇ ਲੋਕ ਵਧੀਆ ਕਹਿਣਗੇ ਤੇ ਨਵੀਂ ਭਰਤੀ ਜਿਹੜੀ ਅਸੀਂ ਕਰ ਲਵਾਂਗੇ। ਨਵੀਂ ਭਰਤੀ ਐਡੀ ਛੇਤੀ ਹੋਣੀ ਨਹੀਂ, ਬਹੁਤ ਸਾਰੀਆਂ ਕੋਰਟਸ ਨੇ, ਬਹੁਤ ਸਾਰੇ ਦੇਸ਼ ਦੇ ਵਿੱਚ ਹੋਰ ਕਾਨੂੰਨ ਨੇ। ਉਧਰੋਂ ਵੀ ਜਿਹੜਾ ਫੋਕਾ ਦਬਾਅ ਪਾਇਆ ਜਾ ਰਿਹਾ। ਔਰ ਪਟਵਾਰੀ ਕਾਨੂੰਗੋ ਇਹ ਸੋਚਦੇ ਆ ਕਿ ਜੇ ਅਸੀਂ ਪੰਜਾਬ ਦਾ ਕੰਮ ਬੰਦ ਕਰ ਦਿਆਂਗੇ ਤੇ CM ਦੇ ਉੱਤੇ ਦਬਾਅ ਬਣੂਗਾ, ਲੋਕ ਤੰਗ ਪਰੇਸ਼ਾਨ ਹੋਣਗੇ, ਉਹਨੂੰ ਗਾਲਾਂ ਕੱਢਣਗੇ ਔਰ ਉਹਦੇ ਉੱਤੇ ਜਿਹੜਾ ਦਬਾਅ ਬਣੂਗਾ ਤੇ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ। ਔਰ ਇਹਦੇ ਵਿੱਚ ਲੋਕਾਂ ਦੇ ਬਾਰੇ ਕੋਈ ਵੀ ਨਹੀਂ ਸੋਚ ਰਿਹਾ, ਨਾ ਕੋਈ ਪਾਰਟੀ, ਦੋਵਾਂ ਧਿਰਾਂ ਦੇ ਵਿੱਚੋਂ ਕੋਈ ਨਹੀਂ ਸੋਚ ਰਿਹਾ। ਅਸਲ 'ਚ ਇਹਨਾਂ ਦੋਵਾਂ ਧਿਰਾਂ ਦੀ ਰਣਨੀਤੀ ਨਾਲ, ਲੜਾਈ ਨਾਲ ਤੰਗ ਸਿਰਫ ਪੰਜਾਬ ਦੀ ਜਨਤਾ ਨੇ ਹੋਣਾ ਵਾ ਔਰ ਹੋਰ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਮੈਂ ਪਟਵਾਰੀ ਤੇ ਕਾਨੂੰਗੋ ਜਿਹੜੀਆਂ ਯੂਨੀਅਨ ਨੇ, ਪਟਵਾਰ ਤੇ ਕਾਨੂੰਗੋ ਯੂਨੀਅਨ, ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਤੁਹਾਡੀ ਲੜਾਈ ਇੱਕ ਭ੍ਰਿਸ਼ਟ ਬੰਦੇ ਨੂੰ ਜਦੋਂ ਵਿਜੀਲੈਂਸ ਵੱਲੋਂ ਫੜਿਆ ਗਿਆ, ਉਹਨੂੰ ਬਚਾਉਣ ਦੇ ਰੋਸ ਦੇ ਵਿੱਚ ਤੁਸੀਂ ਹੜਤਾਲ ਕਰਨੀ ਹੈ ਬਹਾਨਾ ਬਣਾ ਕੇ, ਤੇ ਇਸ ਤੋਂ ਵੱਡਾ ਧੋਖਾ ਜਿਹੜਾ ਪੰਜਾਬ ਦੇ ਨਾਲ ਨਹੀਂ ਹੋ ਸਕਦਾ। ਇਸ ਤੋਂ ਵੱਡਾ ਜਿਹੜਾ ਡਾਕਾ ਪੰਜਾਬ ਦੇ ਉੱਤੇ ਨਹੀਂ ਪੈ ਸਕਦਾ। ਹਾਂ, ਜੇ ਤੁਹਾਡੀ ਲੜਾਈ ਹੱਕ ਸੱਚ ਨੂੰ ਲੈ ਕੇ, ਆਪਣੀਆਂ ਹੱਕ ਸੱਚ ਦੀਆਂ ਮੰਗਾਂ ਨੂੰ ਲੈ ਕੇ ਆ, ਤੇ ਫਿਰ ਇਹਦਾ ਜਲਦੀ ਹੱਲ ਹੋਣਾ ਚਾਹੀਦਾ। ਜੇ ਉਹ ਜਾਇਜ਼ ਮੰਗਾਂ ਨੇ ਤੁਹਾਡੀਆਂ ਤੇ ਉਹਨਾਂ ਨੂੰ ਸਰਕਾਰ ਨੂੰ ਜ਼ਰੂਰ ਮੰਨਣਾ ਚਾਹੀਦਾ। ਇਸ ਸੂਬੇ ਦੀ ਤਰਾਸਦੀ ਬਣ ਗਈ, ਇਸ ਸੂਬੇ ਦੀ ਬਦਕਿਸਮਤੀ ਬਣ ਗਈ ਕਿ ਜੇ ਕੋਈ ਭ੍ਰਿਸ਼ਟ ਅਫਸਰ ਫੜਿਆ ਜਾਂਦਾ ਤੇ ਉਹਨੂੰ ਬਹਾਨੇ ਬਣਾ ਕੇ ਹੜਤਾਲਾਂ ਕੀਤੀਆਂ ਜਾਂਦੀਆਂ ਉਹਨੂੰ ਛਡਾਉਣ ਲਈ। ਕਦੀ ਕਿਸੇ ਮਹਿਕਮੇ ਵੱਲੋਂ, ਕਦੀ ਕਿਸੇ ਮਹਿਕਮੇ ਵੱਲੋਂ, ਵੱਖ-ਵੱਖ ਮਹਿਕਮਿਆਂ ਵੱਲੋਂ ਪੰਜਾਬ ਦਾ ਕੰਮਕਾਰ ਬੰਦ ਕਰ ਦਿੱਤਾ ਜਾਂਦਾ। ਤੇ ਜੇ ਕੋਈ ਭ੍ਰਿਸ਼ਟ ਨੇਤਾ ਫੜਿਆ ਜਾਂਦਾ ਤੇ ਪਾਰਟੀ ਬਹਾਨਾ ਬਣਾ ਕੇ ਉਹ ਜਿਹੜੀਆਂ ਦੂਜੀ ਪਾਰਟੀ ਦੇ ਖਿਲਾਫ, ਸੱਤਾਧਿਰ ਪਾਰਟੀਆਂ ਦੇ ਖਿਲਾਫ ਧਰਨੇ ਲਾਉਂਦੀ ਆ। ਤੁਹਾਨੂੰ ਯਾਦ ਹੋਊਗਾ ਕਿ 20 ਸਾਲ ਪਹਿਲਾਂ, ਬਹੁਤਾ ਲੰਮਾ ਸਮਾਂ ਨਹੀਂ, 20 ਸਾਲ ਪਹਿਲਾਂ ਜਦੋਂ ਕੋਈ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕਿਸੇ ਵੀ ਪਾਰਟੀ ਦਾ ਬੰਦਾ ਫੜਿਆ ਜਾਂਦਾ ਸੀਗਾ, ਫੜਿਆ ਜਾਣਾ ਤੇ ਦੂਰ ਉਹਦੇ ਉੱਤੇ ਦੋਸ਼ ਵੀ ਲੱਗ ਜਾਂਦਾ ਸੀਗਾ ਤੇ ਸਾਰੀਆਂ ਪਾਰਟੀਆਂ ਨੂੰ ਕਹਿੰਦੀਆਂ ਸੀਗੀਆਂ ਕਿ ਪਹਿਲਾਂ ਦੋਸ਼ ਮੁਕਤ ਹੋ ਕੇ ਆ, ਉਹਨੂੰ ਸਾਰੇ ਅਹੁਦਿਆਂ ਤੋਂ ਜਿਹੜਾ ਉਹ ਫਾਰਗ ਕੀਤਾ ਜਾਂਦਾ ਸੀਗਾ। ਇਹ ਪਹਿਲੀ ਵਾਰੀ ਇਸ ਸੂਬੇ 'ਚ ਦੇਖਣ ਨੂੰ ਮਿਲ ਲਿਆ ਕਿ ਕਿਸ ਤਰੀਕੇ ਖੂਨ ਦੇ ਵਿੱਚ ਭ੍ਰਿਸ਼ਟਾਚਾਰ ਕੱਲੇ-ਕੱਲੇ ਦੇ ਵੜ ਗਿਆ ਕਿ ਜੇ ਕੋਈ ਕਰਪਟ ਨੇਤਾ ਵੀ ਫੜਿਆ ਜਾਂਦਾ, ਕੋਈ ਸਾਬਕਾ ਮੰਤਰੀ ਵੀ ਫੜਿਆ ਜਾਂਦਾ ਤੇ ਉਹਨੂੰ ਬਚਾਉਣ ਲਈ ਪਾਰਟੀਆਂ ਜਿਹੜੇ ਉਹ ਧਰਨੇ ਲਾਉਣ ਲੱਗ ਪਈਆਂ। ਇਸ ਤੋਂ ਵੱਡੀ ਤਰਾਸਦੀ ਜਿਹੜੀ ਪੰਜਾਬ ਦੀ ਕੀ ਹੋ ਸਕਦੀ ਆ। ਹੜਤਾਲ ਕਰਨ ਤੋਂ ਪਹਿਲਾਂ ਇਹ ਤੇ ਸੋਚੋ ਵੀ ਪੰਜਾਬ 'ਚ ਕੰਮ ਕਿੰਨੇ ਦਿਨ ਹੁੰਦਾ। 365 ਦਿਨਾਂ ਦੇ ਵਿੱਚੋਂ 104 ਦੇ ਕਰੀਬ ਸ਼ਨੀ ਐਤਵਾਰ ਆ ਜਾਂਦੇ ਆ, 25 ਦੇ ਕਰੀਬ ਸਰਕਾਰੀ ਛੁੱਟੀਆਂ ਹੋ ਜਾਂਦੀਆਂ ਵਾ। ਫਿਰ ਵੱਖ-ਵੱਖ ਧਾਰਮਿਕ ਸੰਗਠਨਾਂ ਵੱਲੋਂ, ਵੱਖ-ਵੱਖ ਹੋਰ ਜਥੇਬੰਦੀਆਂ ਵੱਲੋਂ ਕਦੀ-ਕਦੀ ਕਾਲ ਜਿਹੜੀ ਬੰਦ ਦੀ ਕੀਤੀ ਜਾਂਦੀ ਹੈ, ਉਹ ਪੰਜਾਬ 10-20 ਦਿਨ ਬੰਦ ਰਹਿੰਦਾ ਵਾ। ਕਦੀ ਜਿਹੜੇ ਅਫਸਰ ਨੇ ਉਹ ਆਪ ਬਿਮਾਰ, ਇੱਕ ਨੈਚੁਰਲ ਪ੍ਰੋਸੈਸ ਹੈ ਮਤਲਬ ਜ਼ਿੰਦਗੀ ਦਾ, ਕਦੀ ਉਹ ਆਪ ਬਿਮਾਰ ਹੋ ਜਾਂਦੇ ਆ, ਇਹਦੇ ਵਿੱਚ ਵੀ ਛੁੱਟੀਆਂ ਲੈ ਲਈਆਂ ਜਾਂਦੀਆਂ। ਔਰ 365 ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ 150 ਦਿਨ ਜਿਹੜਾ ਉਹ ਕੰਮ ਪੰਜਾਬ ਦੇ ਵਿੱਚ ਹੁੰਦਾ ਵਾ ਔਰ 200 ਦਿਨ ਪੰਜਾਬ ਬੰਦ ਰਹਿੰਦਾ ਵਾ। ਤੇ ਫਿਰ ਪੰਜਾਬ ਨੇ ਤਰੱਕੀ ਕਿੱਥੋਂ ਕਰਨੀ ਆ। 150 ਦਿਨ ਕੰਮ ਕਰਕੇ ਜਿਹੜਾ ਉਹ ਪੰਜਾਬ ਤਰੱਕੀ ਕਰੂਗਾ। 2010 ਦੇ ਵਿੱਚ ਇਹ ਸੂਬਾ ਪਹਿਲੇ ਨੰਬਰ ਤੇ ਸੀਗਾ
ਅੱਜ ਦੇਸ਼ ਦੇ ਵਿੱਚ ਸਭ ਤੋਂ ਪਛੜ ਗਿਆ, ਅੱਜ ਸਭ ਤੋਂ ਥੱਲੇ ਦੀ ਜਿਹੜੀ ਉਹ ਰੇਸ਼ੋ ਆ ਗਈ, ਸਭ ਤੋਂ ਥੱਲੇ ਜਿਹੜਾ ਇਹਦਾ ਕੱਦ ਆ ਗਿਆ। ਤੁਹਾਡੇ ਹੜਤਾਲ ਤੇ ਜਾਣ ਨਾਲ ਕੰਮ ਕਿੰਨਾ ਦੇ ਰੁਕਦੇ ਆ, ਨਾ ਤੇ ਉਹ ਭਗਵੰਤ ਮਾਨ ਦੇ ਰੁਕਦੇ ਆ ਸੀਐਮ ਦੇ, ਨਾ ਮੰਤਰੀਆਂ ਦੇ ਰੁਕਦੇ ਆ, ਨਾ ਐਮਐਲਏ ਦੇ ਰੁਕਦੇ ਆ। ਉਹ ਕੰਮ ਸਿਰਫ ਪਬਲਿਕ ਦੇ ਰੁਕਣੇ ਆ। ਪੰਜਾਬ ਦੇ ਵਿੱਚ ਕੰਮ ਤੁਹਾਡੇ ਹੜਤਾਲ ਤੇ ਜਾਣ ਨਾਲ ਰੁਕਣਾ ਕਿਹੜਾ ਵਾ? ਬੱਚਿਆਂ ਕੋਲ ਇੱਥੇ ਪੰਜਾਬ 'ਚ ਕੰਮ ਨਹੀਂ ਹੈਗਾ, ਉਹਨਾਂ ਮੈਰਿਜ ਸਰਟੀਫਿਕੇਟ ਬਣਾਉਣੇ ਆ, ਕਈ ਤਰ੍ਹਾਂ ਦੀਆਂ NOCs ਲੈਣੀਆਂ ਹੁੰਦੀਆਂ ਨੇ, ਉਹਨਾਂ ਬਾਹਰ ਜਾਣ ਲਈ ਅਪਲਾਈ ਕੀਤਾ ਹੁੰਦਾ, ਉਹਨਾਂ ਦੀਆਂ ਟਿਕਟਾਂ ਤੱਕ ਬੁੱਕ ਹੁੰਦੀਆਂ ਨੇ, ਡੈਥ ਬਰਥ ਦੇ ਸਰਟੀਫਿਕੇਟ ਤੁਹਾਡੇ ਕਰਕੇ ਰੁਕ ਜਾਂਦੇ ਨੇ। ਕਈਆਂ ਨੇ ਹਸਪੀਟਲ ਦੇ ਵਿੱਚ ਐਡਮਿਸ਼ਨ ਜਦੋਂ ਲੈਣੀ ਆ, ਉਹਦੇ ਵਿੱਚ ਦਾਖਲ ਹੋਣਾ, ਉਹਦੇ ਲਈ ਕਲੇਮ ਜਿਹੜੇ ਤਿਆਰ ਕਰਨੇ ਹੁੰਦੇ, ਉਹਦੇ ਵਿੱਚ ਕਈ ਜਿਹੜੀਆਂ ਰਿਪੋਰਟਸ ਤੁਹਾਡੇ ਕੋਲੋਂ ਲੈਣੀਆਂ ਹੁੰਦੀਆਂ, ਰਜਿਸਟਰੀਆਂ ਰੁਕ ਜਾਂਦੀਆਂ। ਕਈ ਲੋਕ ਬਾਹਰਲੇ ਮੁਲਕਾਂ ਤੋਂ ਆਉਂਦੇ ਆ, ਇੱਥੇ ਆਪਣੀਆਂ ਜਾਇਦਾਦਾਂ ਵੇਚਣ, ਜਾਇਦਾਦਾਂ ਵੰਡਣ, ਉਹਨਾਂ ਦੀਆਂ ਟਿਕਟਸ ਤੱਕ ਜਿਹੜੀਆਂ ਉਹ ਬੁੱਕ ਹੋਈਆਂ ਹੁੰਦੀਆਂ ਨੇ। ਉਹ ਸਾਰਿਆਂ ਨੇ ਖੱਜਲ ਹੋਣਾ, ਉਹ ਸਾਰਿਆਂ ਨੇ ਖਰਾਬ ਹੋਣਾ ਵਾ। ਕਈਆਂ ਨੇ ਆ ਬਿਜਲੀ ਦੇ ਕਨੈਕਸ਼ਨ ਲੈਣੇ ਹੁੰਦੇ ਆ, ਕਈਆਂ ਨੇ ਬੈਂਕ ਲੋਨ ਜਿਹੜੇ ਲੈਣੇ ਹੁੰਦੇ ਆ, ਕਈ ਬਿਆਨੇ ਉਹਨਾਂ ਦੇ ਮਰ ਜਾਂਦੇ ਜਿਹੜੇ ਉਹਨਾਂ ਕੀਤੇ ਹੁੰਦੇ ਆ ਤਰੀਕਾਂ ਦੇ ਉੱਤੇ। ਕਈਆਂ ਨੇ ਬੈਂਕ ਲੋਨ ਲੈ ਕੇ ਕਾਰੋਬਾਰ ਆਪਣਾ ਸ਼ੁਰੂ ਕਰਨਾ ਹੁੰਦਾ, ਔਰ ਕਈ ਤਰ੍ਹਾਂ ਦੀਆਂ ਮਨਜ਼ੂਰੀਆਂ ਜਿਹੜੀਆਂ ਪਟਵਾਰੀ ਤੋਂ, ਕਾਨੂੰਗੋ ਤੋਂ ਲੈਣੀਆਂ ਹੁੰਦੀਆਂ ਵਾ, ਉਹਨਾਂ ਨੂੰ ਵਿਆਜ ਪੈਣਾ ਸ਼ੁਰੂ ਹੋ ਜਾਂਦਾ ਵਾ। ਔਰ ਦੂਜੀ ਚੀਜ਼, ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਤਬਾਹੀ ਵਾਲੇ ਪਾਸੇ ਤੁਰ ਪੈਂਦਾ ਵਾ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਿਹੜਾ ਤਬਾਹੀ ਦਾ ਮੌਸਮ ਆਇਆ ਪਿਆ ਵਾ। ਫਸਲਾਂ ਦਾ ਮੁਆਵਜ਼ਾ ਕਈਆਂ ਕਿਸਾਨਾਂ ਨੇ ਆਪਣੀਆਂ ਜਿਹੜੀਆਂ ਗਰਦੌਰੀਆਂ ਕਰਾਉਣੀਆਂ ਵਾ, ਕਈਆਂ ਨੇ ਵੇਚਣੀਆਂ, ਕਈਆਂ ਨੇ ਕੁਛ ਕਰਨਾ, ਕਈਆਂ ਨੇ ਖੁਦਕੁਸ਼ੀ ਕਰ ਜਾਣੀ ਤੁਹਾਡੀਆਂ ਇਹਨਾਂ ਹੜਤਾਲਾਂ ਦੇ ਕਰਕੇ। ਕਈ ਹੜ੍ਹਾਂ ਨਾਲ ਤਬਾਹ ਹੋ ਗਏ ਤੇ ਕਈ ਵੈਸੇ ਹੀ ਕਿਸਾਨ ਤਬਾਹ ਵਾ। ਇੱਥੇ ਹਜ਼ਾਰਾਂ ਲੱਖਾਂ ਤਨਖਾਹਾਂ ਲੈ ਕੇ ਤੁਸੀਂ ਕਿਸ ਹੱਕ ਨਾਲ ਜਿਹੜੀਆਂ ਹੜਤਾਲ ਕਰਦੇ ਹੋ, ਕਿਹੜੇ ਹੱਕ ਨਾਲ ਹੜਤਾਲ ਕਰਨ ਦੀਆਂ ਗੱਲਾਂ ਕਰਦੇ ਹੋ? ਤੰਗ ਕਰਨਾ ਤੁਸੀਂ ਸਰਕਾਰ ਨੂੰ ਕਰੋ, ਤੁਸੀਂ ਕਿਹੜੇ ਹੱਕ ਨਾਲ ਜਿਹੜੇ ਉਹ ਪਬਲਿਕ ਦੇ ਕੰਮ ਰੋਕਦੇ ਹੋ? ਪੰਜਾਬ ਪਹਿਲਾਂ ਹੀ 4 ਲੱਖ ਕਰੋੜ ਦੇ ਕਰਜ਼ੇ ਹੇਠਿਆ, ਇਹ ਹੋਰ ਭਾਰ ਤੇ ਸਹਿ ਹੀ ਨਹੀਂ ਸਕਦਾ। ਇਹਦੇ ਨਾਲ ਕਿੰਨਾ ਜਿਹੜਾ ਰੈਵਨਿਊ ਲਾਸ ਹੁੰਦਾ ਵਾ, ਇਹਦੇ ਬਾਰੇ ਕੋਈ ਵੀ ਨਹੀਂ ਸੋਚਦਾ ਯਾਰ। ਕਸੂਰ ਮੈਂ ਇਹ ਨਹੀਂ ਕਹਿੰਦਾ ਕਿ ਇੱਕ ਧਿਰ ਦਾ ਵਾ, ਇੱਥੇ ਦੋਵਾਂ ਧਿਰਾਂ ਦਾ ਹੀ ਕਸੂਰ ਆ। ਜਾਪਾਨ ਇੱਕ ਛੋਟਾ ਜਿਹਾ ਦੇਸ਼ ਆ, ਮੇਰੇ ਖਿਆਲ ਸਾਡੇ ਮੁਲਕ ਨਾਲੋਂ 10 ਗੁਣਾ ਛੋਟਾ, ਔਰ ਦੁਨੀਆ ਦੇ ਵਿੱਚ ਉਹ ਪਹਿਲੇ ਨੰਬਰ ਤੇ ਹੋਣਾ, ਪਹਿਲੇ ਦੂਜੇ ਤੀਜੇ ਨੰਬਰਾਂ ਦੇ ਵਿੱਚੋਂ ਆਉਂਦਾ। ਉੱਥੋਂ ਦੇ ਲੋਕ ਜੇ ਆਪਣੇ ਲਈ ਹੱਕਾਂ ਲਈ ਹੜਤਾਲ ਵੀ ਕਰਦੇ ਆ ਤੇ ਉਹਨਾਂ ਦੇ ਹੜਤਾਲ ਕਰਨ ਦਾ ਤਰੀਕਾ ਹੀ ਵੱਖਰਾ ਵਾ। ਉਹ ਕਈ ਘੰਟੇ ਆਪਣੇ ਕੰਮ ਨਾਲੋਂ ਵੱਧ ਕੰਮ ਕਰਦੇ ਆ, ਮੋਢੇ ਦੇ ਉੱਤੇ ਉਹ ਕਾਲਾ ਰਿਬਨ ਲਾ ਲੈਂਦੇ ਆ। ਪਿੱਛੇ ਜੇ ਮੈਂ ਪੜ੍ਹਦਾ ਸੀਗਾ, ਔਰ ਉਹਨਾਂ ਦੇ ਵੱਧ ਕੰਮ ਕਰਨ ਦੇ ਨਾਲ ਹੀ ਸਰਕਾਰਾਂ ਇੰਨੀ ਟੈਨਸ਼ਨ ਦੇ ਵਿੱਚ ਆ ਜਾਂਦੀਆਂ ਕਿ ਇਹਨਾਂ ਲੋਕਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਜਿਹੜੇ ਨੌਕਰੀ ਕਰਦੇ ਆ, ਔਰ ਝੱਟ ਹੀ ਉਹ ਜਿਹੜੇ ਮਸਲੇ ਹੱਲ ਹੋ ਜਾਂਦੇ ਆ। ਤੇ ਸਾਡੇ ਇੱਥੇ ਮਹੀਨਾ ਕੰਮ ਛੱਡ ਕੇ ਬੈਠ ਵੀ ਜਾਓ, ਸਰਕਾਰਾਂ ਦਾ ਧਿਆਨ ਹੀ ਨਹੀਂ ਜਾਂਦਾ। ਉਹ ਤੁਸੀਂ ਆਪਾਂ ਕਿਸਾਨ ਵੇਖ ਹੀ ਲਏ ਸੀ ਵੀ 1 ਸਾਲ ਤੋਂ ਵੱਧ ਸਮਾਂ ਜਿਹੜਾ ਉਹ ਬਾਹਰ ਬੈਠੇ ਰਹੇ ਆ, ਔਰ ਕਿੰਨਾ ਚਿਰ ਸਰਕਾਰਾਂ ਨੇ ਉਹਨਾਂ ਨੂੰ ਸੜਕਾਂ ਦੇ ਉੱਤੇ ਰੋਲਣ ਲਈ ਮਜਬੂਰ ਕਰ ਦਿੱਤਾ ਸੀਗਾ, ਔਰ ਕਿੰਨੇ ਬੰਦੇ ਉਹਦੇ ਵਿੱਚ ਮਰ ਗਏ। ਇਹਦੇ ਵਿੱਚ ਦੋਵਾਂ ਧਿਰਾਂ, ਮੈਂ ਫਿਰ ਕਹਿੰਦਾ ਕਿ ਮੈਂ ਕਿਸੇ ਇੱਕ ਨੂੰ ਗਲਤ ਨਹੀਂ ਕਹਿੰਦਾ, ਗਲਤ ਬੰਦੇ ਦੋਵਾਂ ਧਿਰਾਂ ਦੇ ਵਿੱਚ ਵੀ ਹੈਗੇ ਆ, ਜਿਹਦੇ ਕਰਕੇ ਸਾਰੀ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਆ ਉਹਨੂੰ ਬਦਨਾਮ ਹੋਣਾ ਪੈਂਦਾ ਵਾ। ਲੋਕ ਧੱਕੇ ਖਾਂਦੇ, ਮੈਂ ਪਟਵਾਰੀ ਯੂਨੀਅਨ ਨੂੰ ਵੀ ਕਹਿਣਾ ਚਾਹੁੰਦਾ, ਲੋਕ ਧੱਕੇ ਖਾਂਦੇ ਕਈ ਮਹੀਨੇ। ਪਟਵਾਰੀ ਤੇ ਕਾਨੂੰਗੋ ਵੱਲੋਂ ਜਦੋਂ ਗਲਤ ਇੰਦਰਾਜ ਕਰ ਦਿੱਤੇ ਜਾਂਦੇ ਆ, ਇੱਕ ਅੱਖਰ ਦਾ ਫਰਕ ਪਾ ਕੇ ਜਦੋਂ ਨਾਂ ਗਲਤ ਲਿਖ ਦਿੱਤੇ ਜਾਂਦੇ ਆ, ਕਈਆਂ ਦਫ਼ਤਰਾਂ ਦੇ ਵਿੱਚ ਲੋਕ ਧੱਕੇ ਖਾਂਦੇ, ਔਰ ਤੁਹਾਡੇ ਵਿੱਚੋਂ ਵੀ ਕਈ ਲੋਕ ਉਹਨਾਂ ਦੇ ਉੱਤੇ ਤਰਸ ਨਹੀਂ ਕਰਦੇ। ਤੁਸੀਂ ਤੇ ਹੜਤਾਲ ਤੇ ਚੱਲ ਜਾਂਦੇ ਜੇ। ਲੋਕ ਆਪਣੇ ਠੀਕ ਕੰਮ ਕਰਾਉਣ ਲਈ, ਲੋਕ ਆਪਣੇ ਹੱਕ ਲੈਣ ਲਈ ਕਿੱਥੇ ਹੜਤਾਲ ਤੇ ਜਾਇਆ ਕਰਨ, ਕਿੱਥੇ ਉਹ ਬਹਿ ਜਾਇਆ ਕਰਨ, ਕਿੱਥੋਂ ਪਬਲਿਕ ਇਕੱਠੀ ਕਰਕੇ ਲਿਆਇਆ ਕਰਨ। ਲੋਕਾਂ ਦੀ ਤੇ ਕੋਈ ਯੂਨੀਅਨ ਨਹੀਂ ਗੀ। ਲੋਕਾਂ ਨੂੰ ਤੇ ਯੂਨੀਅਨ ਦੇ ਨਾਂ ਤੇ ਸਿਰਫ ਪਾਰਟੀਆਂ ਹੀ ਵਰਤਦੀਆਂ ਵਾ, ਕਦੀ ਅਕਾਲੀ ਦਲ, ਕਦੀ ਕਾਂਗਰਸ, ਕਦੀ ਆਮ ਪਾਰਟੀ, ਕਦੀ BJP। ਸਿਰਫ ਲੋਕਾਂ ਦੀ ਆਪਣੀ ਕਦੀ ਵੀ ਕੋਈ ਯੂਨੀਅਨ ਨਹੀਂ ਬਣੀ। ਉਹ ਤੁਹਾਡੇ ਤਰਲੇ ਵੀ ਕੱਢਦੇ ਔਰ ਪੈਸੇ ਵੀ ਦਿੰਦੇ ਆ। ਫਿਰ ਉਹਨਾਂ ਲੋਕਾਂ ਦੇ ਜਿਹੜੇ ਕੰਮਕਾਰ ਹੁੰਦੇ ਆ, ਔਰ ਕੱਲੇ ਸਰਕਾਰੀ ਨੌਕਰੀ ਵਾਲੇ ਲੋਕ ਭ੍ਰਿਸ਼ਟ ਨਹੀਂ ਆ। ਮੈਂ ਉਹਨਾਂ ਦੇ ਨਾਲ ਸਰਕਾਰੀ ਬੰਦਿਆਂ ਨੂੰ ਵੀ ਕਹਿਣਾ, ਮੈਂ ਸਰਕਾਰ ਨੂੰ ਵੀ ਕਹਿਣਾ, ਸਰਕਾਰ ਦੇ MLA, ਸਰਕਾਰ ਦੇ ਮੰਤਰੀ ਵੀ ਭ੍ਰਿਸ਼ਟ ਹੋ ਗਏ ਪਹਿਲਿਆਂ ਵਾਂਗ। ਕਈ MLA ਨੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਪੰਜਾਬ ਦੇ ਵਿੱਚ। ਜਿਹੜੇ ਕੰਮ ਕਿਤੇ ਪਹਿਲੇ MLA ਮੰਤਰੀ ਨਹੀਂ ਸੀ ਕਰਦੇ, ਉਹ ਇਹਨਾਂ ਵਾਲੇ ਕਰ ਰਹੇ ਆ। ਕਈ MLAs ਨੇ, ਮੈਂ ਕਈ ਹਲਕਿਆਂ ਦੇ ਵਿੱਚ ਵੇਖਿਆ, ਕਈ ਰਿਪੋਰਟਸ ਆਉਂਦੀਆਂ ਨੇ, ਆਪਣੀਆਂ ਹੀ ਟਾਇਲ ਫੈਕਟਰੀ ਲਾ ਲੀਆਂ, ਜਿਹੜੀਆਂ ਸੜਕਾਂ ਦੇ ਉੱਤੇ ਟਾਈਲਾਂ ਲੱਗਦੀਆਂ, ਆਪਣੀਆਂ ਹੀ ਫੈਕਟਰੀ ਜਿਹੜੀਆਂ ਸੀਮੈਂਟ ਪਾਈਪਾਂ ਦੀਆਂ ਲਾ ਲੀਆਂ, ਔਰ ਨਹੀਂ ਤੇ ਉਹਨਾਂ ਫੈਕਟਰੀਆਂ ਦੇ ਵਿੱਚ ਹਿੱਸੇ ਪਾ ਲਏ ਕਿ ਮੇਰੇ ਹਲਕੇ ਦੇ ਵਿੱਚ ਕੰਮ ਹੋਊਗਾ ਤੇ ਮੇਰੀ ਫੈਕਟਰੀ ਤੋਂ ਹੀ ਸਮਾਨ ਲਿਆ ਜਾਊਗਾ, ਔਰ ਮੇਰੀ ਮਰਜ਼ੀ ਦੇ ਮੁਤਾਬਕ ਹੀ ਰੇਟ ਮਿਲਣਗੇ, ਔਰ ਮੇਰੀ ਮਰਜ਼ੀ ਦੇ ਠੇਕੇਦਾਰ ਨੂੰ ਹੀ ਮਿਲੂਗਾ। ਮੈਂ ਸਰਕਾਰ ਨੂੰ ਵੀ ਪੁੱਛਣਾ ਚਾਹੁੰਦਾ ਤੇ ਕਹਿਣਾ ਚਾਹੁੰਦਾ ਕਿ CM ਸਾਹਿਬ, ਤੁਹਾਡੀ ਮੈਂ ਮੰਨਦਾ ਕਿਸੇ ਕੰਮ 'ਚ ਹਿੱਸੇਦਾਰੀ ਨਹੀਂ। ਮੈਂ ਅੱਜ ਦੀ ਤਰੀਕ 'ਚ ਵੀ ਤੁਹਾਨੂੰ ਕਹਿਣਾ ਕਿ ਇਮਾਨਦਾਰ ਜਿਹੜਾ CM ਪੰਜਾਬ ਨੂੰ ਮਿਲਿਆ ਵਾ, ਤੁਹਾਡੀ ਇਮਾਨਦਾਰੀ ਦੇ ਉੱਤੇ ਅੱਜ ਦੀ ਤਰੀਕ ਤੱਕ ਮੈਂ ਕੋਈ ਸ਼ੱਕ ਨਹੀਂ ਕਰਦਾ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਬਹੁਤ ਸਾਰੇ MLA, ਉਹਨਾਂ ਨੇ ਇਹਨਾਂ ਲੋਕਾਂ ਨਾਲ, ਮਾਫੀਆ ਨਾਲ ਹਿੱਸੇ ਪਾ ਲਏ।
ਤੁਸੀਂ ਅੱਜ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਪੰਜਾਬ ਦੇ ਵਿੱਚ ਮਾਈਨਿੰਗ ਬੰਦ ਹੋ ਗਈ ਆ ਜਾਂ ਮਾਈਨਿੰਗ ਬਿਲਕੁਲ ਠੀਕ ਹੋ ਰਹੀ ਆ ਪੰਜਾਬ ਦੇ ਵਿੱਚ। ਕੀ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਮੁੱਕ ਗਿਆ ਵਾ? ਤੁਹਾਡੇ ਐਮਐਲਏਜ਼ ਨੇ ਹਿੱਸੇ ਲੈਣੇ ਬੰਦ ਕਰ ਦਿੱਤੇ ਨੇ ਉਹਨਾਂ ਕੋਲੋਂ, ਸ਼ਰਾਬ ਮਾਫੀਆ ਕੋਲੋਂ। ਕੀ ਸ਼ਰਾਬ ਮਾਫੀਆ ਟੁੱਟ ਗਿਆ ਵਾ ਪੰਜਾਬ ਦੇ ਵਿੱਚ? ਕੀ ਟਰਾਂਸਪੋਰਟ ਮਾਫੀਆ ਪੰਜਾਬ ਦੇ ਵਿੱਚ ਟੁੱਟ ਗਿਆ ਜਾਂ ਤੁਹਾਡੇ ਬੰਦਿਆਂ ਨੇ ਆਰਟੀਏ ਡੀਟੀਓ ਜਿਹੜੇ ਵੀ ਲੋਕੀ ਨੇ ਉਹਨਾਂ ਕੋਲੋਂ ਪੈਸੇ ਲੈਣੇ ਨਹੀਂ ਸ਼ੁਰੂ ਕਰ ਦਿੱਤੇ? ਕੀ ਪੰਜਾਬ ਦੇ ਵਿੱਚ ਮੈਡੀਕਲ ਮਾਫੀਆ ਟੁੱਟ ਗਿਆ ਵਾ? ਕੀ ਪੰਜਾਬ ਦੇ ਵਿੱਚ ਸਕੂਲ ਮਾਫੀਆ ਟੁੱਟ ਗਿਆ ਵਾ? ਕੋਈ ਇੱਕ ਮਾਫੀਆ ਦੱਸੋ ਜਿਹੜਾ ਪੰਜਾਬ ਦੇ ਵਿੱਚ ਟੁੱਟਾ ਹੋਵੇ। ਤੁਹਾਡੇ ਹੀ ਐਮਐਲਏ ਪ੍ਰਾਈਵੇਟ ਹਸਪਤਾਲ ਜਿਹੜੇ ਲੋਕਾਂ ਨੂੰ ਲੁੱਟਦੇ ਆ ਆਨੇ ਬਿਹਾਨੇ, ਉਹਨਾਂ ਦੇ ਫੰਕਸ਼ਨਸ ਦੇ ਵਿੱਚ ਜਾਂਦੇ ਨੇ, ਕੋਈ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ, ਕੋਈ ਮੈਡੀਕਲ ਜਿਹੜੇ ਕੈਂਪ ਲਾਏ ਜਾਂਦੇ ਨੇ ਉਹਨਾਂ ਦੇ ਨਾਂ ਦੇ ਉੱਤੇ ਆਪਣਾ ਨੇੜ ਬਣਾਉਣ ਲਈ ਉਹਨਾਂ ਵੱਡੇ ਲੋਕਾਂ ਦੇ ਕੋਲ ਜਾਂਦੇ ਨੇ। ਤੁਹਾਡੇ ਹੀ ਐਮਐਲਏ ਪ੍ਰਾਈਵੇਟ ਮਹਿੰਗੇ ਜਿਹੜੇ ਸਕੂਲ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਨੇ, ਜਿਨ੍ਹਾਂ ਨੇ ਸਿੱਖਿਆ ਦਾ ਮਿਆਰ ਦੇ ਵਿੱਚ ਹੀ ਬੜਾ ਫਰਕ ਲੈ ਆਂਦਾ ਵੀ ਅਮੀਰ ਦਾ ਬੱਚਾ ਬਹੁਤ ਕਾਬਲ ਬਣੂਗਾ ਤੇ ਗਰੀਬ ਦਾ ਬੱਚਾ ਕੁਝ ਵੀ ਨਹੀਂ ਬਣੂਗਾ। ਤੁਹਾਡੇ ਕਈ ਐਮਐਲਏ ਉਹਨਾਂ ਸਕੂਲਾਂ ਦੇ ਵਿੱਚ ਚੀਫ ਗੈਸਟ ਬਣ ਕੇ ਜਾਂਦੇ ਨੇ। ਫਿਰ ਕਿਹੜਾ ਮਾਫੀਆ ਟੁੱਟਾ ਪੰਜਾਬ ਦੇ ਵਿੱਚ? ਬਦਲਾਵ ਨਹੀਂ ਆਇਆ ਸਿਸਟਮ ਦੇ ਵਿੱਚ, ਸਗੋਂ ਹਿੱਸੇਦਾਰਾਂ ਦੇ ਵਿੱਚ ਬਦਲਾਵ ਆ ਗਿਆ। ਜਿਹੜੀ ਗੱਲ ਮੈਂ ਪਹਿਲੇ ਦਿਨ ਤੋਂ ਰੋਣਾ ਵਾਂ, ਪਹਿਲਾਂ ਵੱਖ-ਵੱਖ ਮਾਫੀਆ ਦੀ ਜਿਹੜੀ ਡਿਸਟ੍ਰੀਬਿਊਟਨਸ਼ਿਪ ਸੀਗੀ, ਜਿਹਦੇ ਵਿੱਚ ਕਾਲੀ ਕਾਂਗਰਸੀ ਜਦੋਂ ਉਹਨਾਂ ਦੀਆਂ ਸਰਕਾਰਾਂ ਆਉਂਦੀਆਂ ਸੀਗੀਆਂ ਉਹ ਹਿੱਸੇ ਲੈਂਦੇ ਸੀਗੇ, ਹੁਣ ਤੁਹਾਡੇ ਮੰਤਰੀ ਐਮਐਲਏ ਕੋਲ ਉਹ ਡਿਸਟ੍ਰੀਬਿਊਟਰਸ਼ਿਪ ਜਿਹੜੀ ਆ ਗਈ ਆ। ਫਿਰ ਕਾਰਵਾਈ ਕੇਵਲ ਸਰਕਾਰੀ ਬਾਬੂਆਂ ਤੇ ਕਿਉਂ ਹੋ ਰਹੀ ਆ? ਤੁਹਾਡੀ ਪਾਰਟੀ ਦੇ ਐਮਐਲਏ ਮੰਤਰੀ ਜਿਹੜੇ ਨਾ ਮਾਫੀਆਜ਼ ਦੇ ਨਾਲ ਰਲ ਗਏ ਆ, ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਇਹ ਵੀ ਸੋਚਣ ਵਿਚਾਰਨ ਦੀ ਲੋੜ ਹੈ। ਮਾਨ ਸਾਹਿਬ, ਤੁਸੀਂ ਮੰਨਦੇ ਹੋ ਇਹ ਚੀਜ਼ ਵੀ ਪੰਜਾਬ ਦੇ ਵਿੱਚ ਕਰਪਸ਼ਨ ਬੰਦ ਹੋ ਗਈ ਆ? ਨਹੀਂ, ਪੰਜਾਬ ਦੇ ਵਿੱਚ ਕਰਪਸ਼ਨ ਦਾ ਤਰੀਕਾ ਬਦਲ ਗਿਆ। ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀਗੀ ਕਿ ਜੇ ਕੋਈ ਉੱਚ ਅਫਸਰ ਆ, ਚਾਹੇ ਉਹ ਡੀਐਸਪੀ ਆ ਚਾਹੇ ਉਹ ਐਸਐਸਪੀ ਆ, ਉਹਨੇ ਤਰੀਕਾ ਬਦਲ ਲਿਆ। ਉਹਦੀ ਤਨਖਾਹ ਹੁੰਦੀ ਆ ਲੱਖ 1.5 ਲੱਖ, ਉਹ ਲੱਖ 1.5 ਲੱਖ ਰੁਪਈਆ ਰੱਖਦਾ ਸਾਈਡ ਤੇ ਬੈਂਕ ਦੇ ਵਿੱਚ, ਔਰ ਉਹਨੇ ਉੱਤੋਂ ਪੈਸੇ ਦਾ ਟੀਚਾ ਹੁੰਦਾ ਕਿਸੇ ਦਾ 5 ਲੱਖ ਕਿਸੇ ਦਾ 10 ਲੱਖ। ਉਹ ਅੱਜ ਵੀ ਉਹਨੇ ਹੀ ਪੈਸੇ, ਇਕੱਲੇ ਡੀਐਸਪੀ ਐਸਐਸਪੀ ਨਹੀਂ, ਬਾਕੀ ਵੀ ਸਾਰੇ ਦਫ਼ਤਰਾਂ ਦੇ ਵਿੱਚ, ਚਾਹੇ ਕਾਰਪੋਰੇਸ਼ਨ ਚਲ ਜਾਓ, ਚਾਹੇ ਟਰਸਟਾਂ ਚਲ ਜਾਓ, ਚਾਹੇ ਸੀਵਰੇਜ ਬੋਰਡ ਦੇ ਵਿੱਚ ਚਲ ਜਾਓ, ਉਹਨਾਂ ਨੇ ਤਰੀਕਾ ਬਦਲ ਲਿਆ ਆਪਣਾ। ਉਹ ਅੱਜ ਵੀ 5 ਤੋਂ 10 ਲੱਖ ਜਿਹੜਾ ਉਹਨਾਂ ਦਾ ਟੀਚਾ ਹੁੰਦਾ ਸੀਗਾ ਉਹ ਪੂਰੇ ਪੈਸੇ ਲੈ ਕੇ ਜਾਂਦੇ ਨੇ। ਤਰੀਕਾ ਇਹ ਬਦਲ ਗਿਆ ਕਿ ਛੋਟੇ-ਛੋਟੇ ਕੰਮ ਜਿਹੜੇ ਫੁਟਕਲ ਨੇ ਉਹ ਲੋਕਾਂ ਦੇ ਫ੍ਰੀ ਹੋਣੇ ਸ਼ੁਰੂ ਹੋ ਗਏ। ਉਹ 1-2 ਕੇਸ ਟਕਾ ਕੇ ਫੜਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਮਹੀਨੇ ਦੀ ਜਿਹੜੀ ਉਹਨਾਂ ਦੀ ਸੋਚ ਹੁੰਦੀ ਆ, ਜਿਹੜੀ ਉਹਨਾਂ ਦੀ ਆਸ ਹੁੰਦੀ ਆ, ਉਹ ਪੂਰੀ ਹੋ ਜਾਂਦੀ ਆ। ਕੀ ਤੁਹਾਨੂੰ ਲੱਗਦਾ ਕਿ ਏਐਸਆਈ ਐਸਐਚਓ ਡੀਐਸਪੀ ਪੈਸੇ ਲੈ ਰਿਹਾ ਤੇ ਇਹਦਾ ਹਿੱਸਾ ਐਸਐਸਪੀ ਡੀਆਈਜੀ ਨੂੰ ਨਹੀਂ ਜਾਂਦਾ ਹੋਊਗਾ? ਤੁਸੀਂ ਮੀਟਿੰਗਸ ਦੇ ਵਿੱਚ ਕਿਹਾ ਸੀਗਾ ਕਿ ਜੇ ਅੱਜ ਤੋਂ ਬਾਅਦ ਕਿਸੇ ਇਲਾਕੇ 'ਚ ਨਸ਼ਾ ਵਿਕਿਆ, ਐਸਐਚਓ ਨਹੀਂ ਮੈਂ ਐਸਐਸਪੀ ਨੂੰ ਟੰਗੂਗਾ। ਅੱਜ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਹਿੱਸੇ ਨਹੀਂ ਜਾਂਦੇ ਹੋਣਗੇ? ਕੀ ਤੁਹਾਨੂੰ ਲੱਗਦਾ ਵੀ ਇਕੱਲੇ ਤੁਸੀਂ ਪਟਵਾਰੀ ਕਾਨੂੰਗੋ ਦੇ ਉੱਤੇ ਕਾਰਵਾਈ ਕਰਦੇ ਹੋ ਕਿ ਪਟਵਾਰੀ ਕਾਨੂੰਗੋ ਤਹਿਸੀਲਦਾਰ ਪੈਸੇ ਲੈ ਰਿਹਾ ਤੇ ਡੀਸੀ ਤੱਕ ਜਾਂ ਰੈਵਨਿਊ ਜਿਹੜੇ ਕਮਿਸ਼ਨਰ ਨੇ, ਡਿਵੀਜ਼ਨਲ ਕਮਿਸ਼ਨਰ ਨੇ, ਉਹਨਾਂ ਤੱਕ ਹਿੱਸੇ ਨਹੀਂ ਜਾਂਦੇ? ਇਹ ਤੁਸੀਂ ਆਪਣੀ ਇੰਟਰਨਲ ਰਿਪੋਰਟ ਮੰਗਾਓ ਨਾ। ਤੁਹਾਡੇ ਕੋਲ ਇੰਟੈਲੀਜੈਂਸ ਵੀ ਵਧੀਆ ਡੀਜੀ ਲੱਗੇ ਨੇ ਜਿਨ੍ਹਾਂ ਕੋਲ ਵਿਜੀਲੈਂਸ ਵੀ ਹੈ, ਤੁਸੀਂ ਰਿਪੋਰਟਸ ਤੇ ਮੰਗਾਓ ਕਿ ਕੀ ਉਹਨਾਂ ਲੋਕਾਂ ਕੋਲ ਹਿੱਸੇ ਨਹੀਂ ਜਾਂਦੇ? ਕੀ ਤੁਹਾਨੂੰ ਲੱਗਦਾ ਕਿ ਜੇਈ ਐਸਡੀਓ ਐਕਸੀਅਨ ਪੈਸੇ ਲੈ ਰਿਹਾ ਤੇ ਉਹਦੇ ਉੱਤੇ ਲੱਗੇ ਕਮਿਸ਼ਨਰ ਕਾਰਪੋਰੇਸ਼ਨ ਦੇ ਵਿੱਚ ਜਾਂ ਉੱਚ ਅਧਿਕਾਰੀ ਜਿਹੜੇ ਤੁਹਾਡੇ ਮਹਿਕਮੇ ਵਾਲੇ ਨੇ, ਆਈਐਸ ਅਫਸਰ, ਉਹ ਪੈਸੇ ਨਹੀਂ ਲੈਂਦੇ ਹੋਣਗੇ? ਜਾਂ ਤੁਹਾਡੇ ਹਲਕੇ ਦਾ ਮੰਤਰੀ ਐਮਐਲਏ ਉਹ ਪੈਸੇ ਨਹੀਂ ਲੈ ਰਿਹਾ? ਫਿਰ ਕਾਰਵਾਈ ਕੇਵਲ ਅਫਸਰਾਂ ਤੇ ਕਿਉਂ ਕੀਤੀ ਜਾਂਦੀ ਹੈ? ਆਈਐਸ ਆਈਪੀਐਸ ਤੇ ਹੋਰ ਉੱਚ ਅਧਿਕਾਰੀਆਂ ਤੇ ਕਿਉਂ ਨਹੀਂ ਕੀਤੀ ਜਾਂਦੀ? ਸਰਕਾਰ ਦੀ ਇੱਕ ਪਾਲਿਸੀ ਆਈ ਸੀ ਜਦੋਂ ਤੁਸੀਂ ਨਵੀਂ ਸਰਕਾਰ ਬਣਾਈ ਸੀ, ਔਰ ਮੈਨੂੰ ਉਹ ਬਹੁਤ ਵਧੀਆ ਲੱਗੀ ਸੀ ਕਿ 3 ਸਾਲ ਤੋਂ ਪੁਰਾਣੇ ਜਿਹੜੇ ਸਰਕਾਰੀ ਨੌਕਰੀ ਵਾਲਿਆਂ ਦੇ ਸਟੇਸ਼ਨ ਨੇ ਉਹ ਬਦਲੇ ਜਾਣਗੇ, ਜਿਨ੍ਹਾਂ 'ਚ ਐਸਐਚਓ ਡੀਐਸਪੀ ਤੇ ਆ ਜਿਹੜੇ ਜੇਈ ਐਸਡੀਓ ਐਕਸੀਅਨ ਐਸਸੀ ਹੋਣਗੇ ਜਿਹੜੇ 20 ਸਾਲ ਤੋਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਤੈਨਾਤ ਰਹੇ ਆ। ਮੈਂ ਤੇ ਅੱਗੇ ਮਜ਼ਾਕ ਕਰਦਾ ਹੁੰਦਾ ਸੀਗਾ ਕਿ ਕਿਸੇ ਐਮਐਲਏ ਦਾ ਹਲਕਾ ਬਦਲ ਸਕਦਾ ਵੀ ਇਸ ਵਾਰੀ ਇੱਥੋਂ ਲੜਾਤਾ ਤੇ ਦੂਜੀ ਵਾਰੀ ਉੱਥੋਂ ਲੜਾਤਾ। ਇਹਨਾਂ ਅਫਸਰਾਂ ਦੇ 20 ਸਾਲਾਂ ਤੋਂ ਹਲਕੇ ਹੀ ਨਹੀਂ ਬਦਲੇ, ਏਰੀਆ ਹੀ ਨਹੀਂ ਬਦਲੇ। ਉਹ ਜਿੱਥੇ ਨੌਕਰੀ ਕਰਦੇ ਆ ਉੱਥੇ ਹੀ ਕੰਮਾਂ ਦੇ ਵਿੱਚ ਉਹ ਹਿੱਸੇਦਾਰੀਆਂ ਵੀ ਉਹ ਪਾ ਲੈਂਦੇ ਆ। ਤੇ ਤੁਸੀਂ ਬਦਲੇ ਵੀ ਸੀ ਸਟਾਰਟਿੰਗ ਦੇ ਵਿੱਚ, ਇਹ ਸਾਰੇ ਅਫਸਰ ਤੁਸੀਂ ਸਟਾਰਟਿੰਗ ਦੇ ਵਿੱਚ ਬਦਲੇ ਸੀ, ਪਰ ਅਸਲ ਦੇ ਵਿੱਚ ਉਹ ਲੰਮਾ ਸਮਾਂ ਤੁਸੀਂ ਵੀ ਉਹਨਾਂ ਨੂੰ ਬਦਲ ਕੇ ਰੱਖ ਨਹੀਂ ਸਕੇ। ਲੰਮਾ ਸਮਾਂ ਜਨਤਾ 'ਚ ਰਹਿਣ ਵਾਲੇ ਅਫਸਰ ਜਿਹੜੇ ਆ ਨਾ, ਮੈਂ ਉਹਨਾਂ ਬਾਰੇ ਇੱਕ ਗੱਲ ਕਹਿੰਦਾ ਨਾ ਕਿ ਜਿਹੜੇ ਅਫਸਰ 15 ਸਾਲ ਤੋਂ ਇੱਕੋ ਜਗ੍ਹਾ ਦੇ ਉੱਤੇ ਇੱਕੋ ਜ਼ਿਲ੍ਹੇ ਦੇ ਵਿੱਚ ਕੰਮ ਕਰਦੇ ਆ, ਉਹ ਕੋ ਅਫਸਰੀ ਨਹੀਂ ਕਰਦੇ, ਸਗੋਂ ਵੱਖ-ਵੱਖ ਪਾਰਟੀਆਂ ਦੇ ਐਮਐਲਏਜ਼ ਮੰਤਰੀਆਂ ਦੇ, ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ ਤੇ ਚਾਹੇ ਤੁਹਾਡੇ ਹੁਣ ਆਮ ਆਦਮੀ ਪਾਰਟੀ ਵਾਲੇ ਆ ਗਏ, ਉਹਨਾਂ ਦੇ ਸੇਲਜ਼ਮੈਨ ਤੇ ਕੈਸ਼ੀਅਰ ਹੁੰਦੇ ਆ। ਜਦੋਂ ਤੁਹਾਡੇ ਐਮਐਲਏ ਨੇ ਦੇਖਿਆ ਕਿ ਰੁਤਬੇ ਦੇ ਮੁਤਾਬਕ ਮੈਂ ਐਮਐਲਏ ਬਣ ਗਿਆ, ਮੇਰੇ ਰੁਤਬੇ ਦੀ ਇੰਨੀ ਸੇਲ ਹੀ ਨਹੀਂ ਹੋ ਰਹੀ ਅਕਾਲੀ ਕਾਂਗਰਸੀ ਐਮਐਲਏ ਵਾਂਗ, ਮੈਨੂੰ ਲੋਕ ਉਹਨਾਂ ਪੁੱਛ ਪ੍ਰਤੀਤ ਹੀ ਨਹੀਂ ਕਰ ਰਹੇ, ਮੈਨੂੰ ਉਹਨੇ ਕੰਮਾਂ ਦੀ ਆਫਰ ਹੀ ਨਹੀਂ ਆ ਰਹੀ, ਤੇ ਤੁਹਾਡੇ ਸਾਰੇ ਐਮਐਲਏ ਨੇ ਆਪਣੀ ਸੇਲ ਵਧਾਉਣ ਲਈ, ਆਪਣਾ ਕਾਰੋਬਾਰ ਵਧਾਉਣ ਲਈ, ਉਹ ਸਾਰੇ ਅਫਸਰ
ਉਹਨਾਂ ਕੁਰਸੀਆਂ ਦੇ ਉੱਤੇ ਹੀ ਵਾਪਸ ਤੈਨਾਤ ਕਰ ਦਿੱਤੇ। ਤੁਸੀਂ ਲਓ ਆਪਣੀ ਇੰਟੈਲੀਜੈਂਸ ਕੋ ਰਿਪੋਰਟ, ਤੁਸੀਂ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਦੀ ਲਿਸਟ ਮੰਗਾਓ, ਤੁਹਾਨੂੰ ਨਤੀਜਾ ਆਪ ਹੀ ਤੁਹਾਡੇ ਸਾਹਮਣੇ ਆ ਜਾਣਾ ਕਿ ਜਿੱਥੋਂ ਸਰਕਾਰ ਨੇ ਸਟਾਰਟਿੰਗ ਦੇ ਵਿੱਚ ਬਦਲੇ ਸੀ ਅੱਜ ਵੀ ਉੱਥੇ, ਕਿਉਂਕਿ ਉੱਥੇ ਉਹ ਕੱਲਾ ਕੰਮ ਨਹੀਂ ਕਰਦੇ, ਉੱਥੇ ਉਹ ਭਾਈਵਾਲ ਬਣ ਜਾਂਦੇ ਨੇ ਕੰਮਾਂ ਦੇ ਵਿੱਚ। ਉਹਨਾਂ ਦਾ ਬਹੁਤ ਸਾਰੇ ਕੰਮਾਂ ਦੇ ਵਿੱਚ ਜਿਹੜੀ ਭਾਈਵਾਲੀ ਚੱਲਦੀ ਹੈ, ਔਰ ਉਹ ਜ਼ਿਲ੍ਹਾ ਛੱਡ ਕੇ ਉਹ ਜਾਣਾ ਹੀ ਨਹੀਂ ਚਾਹੁੰਦੇ, ਉਹ ਏਰੀਆ ਛੱਡ ਕੇ ਜਾਣਾ ਹੀ ਨਹੀਂ ਚਾਹੁੰਦੇ ਵੀ ਸਾਡਾ ਕੰਮ ਕਰ ਨਾ ਮਰ ਜੇ, ਸਾਡੇ ਪੈਸੇ ਨਾ ਮਰ ਜਾਣ। ਜੇ ਸੱਚ 'ਚ ਤੁਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਤੇ ਕੱਲੇ ਨਾਨ ਗਜ਼ਟਡ ਅਫਸਰ ਜਿਹੜੇ ਵੱਡੇ ਅਫਸਰ ਨੇ, ਉਹ ਜਿਹੜੇ ਨਾਨ ਗਜ਼ਟਡ ਅਫਸਰ ਜਿਹੜੇ ਛੋਟੇ ਅਫਸਰ ਨੇ, ਉਹਨਾਂ ਨੂੰ ਫੜ ਕੇ ਜਾਂ ਇੱਕਾ ਦੁੱਕਾ ਬੰਦੇ ਫੜ ਕੇ ਇਹ ਜਿਹੜਾ ਭ੍ਰਿਸ਼ਟਾਚਾਰ ਖਤਮ ਨਹੀਂ ਹੋਣਾ। ਇਹਨਾਂ ਤਿੰਨਾਂ ਜਣਿਆਂ ਦਾ ਨੈਕਸਸ ਜਿਹੜਾ ਉਹ ਤੁਹਾਨੂੰ, ਇਹ ਤ੍ਰਿਮੂਰਤੀ ਮੈਂ ਇਹਨਾਂ ਨੂੰ ਕਹਿੰਦਾ, ਇਹਨਾਂ ਦਾ ਨੈਕਸਸ ਜਿਹੜਾ ਤੁਹਾਨੂੰ ਉਹ ਤੋੜਨਾ ਪੈਣਾ, ਜਿਹਦੇ ਵਿੱਚ ਨੈਕਸਸ ਬਣ ਗਿਆ ਪੋਲੀਟੀਸ਼ੀਅਨ, ਮਾਫੀਆ ਤੇ ਹੋਰ ਵਿਭਾਗਾਂ ਦੇ ਸਰਕਾਰੀ ਅਫਸਰਾਂ ਦਾ, ਸਰਕਾਰੀ ਕਰਮਚਾਰੀਆਂ ਦਾ। ਜਿੰਨਾ ਚਿਰ ਇਹ ਖਤਮ ਨਹੀਂ ਹੁੰਦਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਡੇ ਕੋਲੋਂ ਭ੍ਰਿਸ਼ਟਾਚਾਰ ਖਤਮ ਹੀ ਨਹੀਂ ਹੋ ਸਕਦਾ, ਇਹ ਨੈਕਸਸ ਟੁੱਟ ਹੀ ਨਹੀਂ ਸਕਦਾ। ਸੋ ਮੇਰੀ ਅਪੀਲ ਹੈ, ਪਟਵਾਰੀ ਤੇ ਜੋ ਹਾਲਾਤ ਪੰਜਾਬ ਦੇ ਬਣੇ ਨੇ, ਪੰਜਾਬ ਪਹਿਲਾਂ ਹੀ ਬਹੁਤ ਥੱਲੇ ਆ ਯਾਰ, ਇਹਦੇ ਪੱਲੇ ਕੁਝ ਨਹੀਂ ਹੈਗਾ। ਪੰਜਾਬ ਦੇ ਉੱਤੇ ਬਹੁਤ ਸਾਰਾ ਕਰਜ਼ਾ ਹੈ, ਲੋਕਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ। ਇਹ ਕਰਜ਼ਾ ਆਪਾਂ ਕਹਿ ਦਿੰਦੇ ਆ ਕਿ 3-4 ਲੱਖ ਕਰੋੜ ਦਾ ਕਰਜ਼ਾ ਜਿਹੜਾ ਸਰਕਾਰ ਤੇ ਹੈ, ਅਸਲ 'ਚ ਉਨੇ ਟੈਕਸ ਤੁਹਾਡੇ ਉੱਤੇ ਲੱਗਦੇ ਨੇ, ਉਨੀ ਮਹਿੰਗਾਈ ਤੁਹਾਡੇ ਉੱਤੇ ਹੈ। ਇਹ 4 ਲੱਖ ਕਰੋੜ ਨੂੰ ਪੰਜਾਬ ਦੀ 3 ਕਰੋੜ ਜਨਤਾ ਦੇ ਨਾਲ ਤਕਸੀਮ ਕਰਕੇ ਵੇਖੋ, ਇਹ ਕਰਜ਼ਾ ਲੋਕਾਂ ਨੂੰ ਦੇਣਾ ਪੈਂਦਾ, ਦੀ ਭਰਪਾਈ ਲੋਕਾਂ ਤੋਂ ਜਿਹੜਾ ਉਹ ਕੇਂਦਰ ਕਰਦਾ ਵਾ। ਸੋ ਮੇਰੀ ਅਖੀਰ ਦੇ ਵਿੱਚ ਅਪੀਲ ਹੈ ਪਟਵਾਰ ਯੂਨੀਅਨ ਤੇ ਕਾਨੂੰਗੋ ਯੂਨੀਅਨ ਨੂੰ ਵੀ, ਦੋਵੇਂ ਹੱਥ ਜੋੜ ਕੇ ਮੇਰੀ ਅਪੀਲ ਹੈ, ਵਿੱਚੇ ਹੀ ਸਰਕਾਰ ਨੂੰ ਵੀ, ਕਿ ਹੜਤਾਲ ਕੋਈ ਹੱਲ ਨਹੀਂ ਹੈਗਾ। ਇਹਦੇ ਨਾਲ ਲੋਕਾਂ ਦੇ ਉੱਤੇ ਜ਼ੁਲਮ ਹੁੰਦਾ, ਲੋਕਾਂ ਦੇ ਬਹੁਤ ਸਾਰੇ ਕੰਮਕਾਰ ਰੁਕਦੇ ਨੇ, ਔਰ ਇਹਦੇ ਨਾਲ ਐਸਮਾ ਲਾਉਣਾ ਵੀ ਕੋਈ ਹੱਲ ਨਹੀਂ ਹੈਗਾ। ਇੱਕਦਮ ਇੰਨੀ ਭਰਤੀ ਨਹੀਂ ਹੋ ਸਕਦੀ, ਇਹਦੇ 'ਚ ਵੀ ਲੋਕਾਂ ਦੀ ਬੜੀ ਖੱਜਲ ਖਰਾਬੀ ਹੋਣੀ ਆ। ਇਹ ਸਿਰਫ ਅਖਬਾਰੀ ਗੱਲਾਂ ਤੁਹਾਡੇ ਲੋਕਾਂ ਵੱਲੋਂ ਇੱਕ ਦੂਜੇ ਤੇ ਦਬਾਅ ਬਣਾਉਣ ਲਈ ਕੀਤੀਆਂ ਜਾ ਰਹੀਆਂ ਨੇ, ਦੋਵਾਂ ਧਿਰਾਂ ਵੱਲੋਂ ਸਿਰਫ ਆਪਣਾ ਕ੍ਰੈਡਿਟ ਜਿਹੜਾ ਵਧਾਉਣ ਲਈ ਇਹ ਬਿਆਨ ਦਿੱਤੇ ਜਾ ਰਹੇ ਨੇ। ਕ੍ਰੈਡਿਟ ਵਾਰ ਹੈ। ਸੋ ਜੇ ਤੁਸੀਂ ਉਹਨਾਂ ਨੂੰ ਕੱਢੋਗੇ ਤੇ ਉਹ ਕੋਰਟ 'ਚ ਵੀ ਚਲੇ ਜਾਣਗੇ, ਕੋਰਟ ਤੇ ਅੱਗੇ ਹੀ, ਕੇਂਦਰ ਦੇ ਅੱਗੇ, ਕੋਰਟ ਤੇ ਕੇਂਦਰ 1 ਮਿੰਟ ਲਾਉਂਦੇ ਆ ਤੁਹਾਨੂੰ ਠਿੱਬੀ ਲਾਉਣ ਲੱਗਿਆ ਪੰਜਾਬ ਸਰਕਾਰ ਨੂੰ, ਤੇ 1 ਮਿੰਟ ਲਾਉਂਦੇ ਹੋ ਤੁਹਾਨੂੰ ਨੀਵਾ ਵਿਖਾਉਣ ਲਈ। ਸੋ ਇਹ ਮਸਲਾ ਜਿਹੜਾ ਆਪਸ 'ਚ ਬੈਠ ਕੇ ਨਿਪਟਾਇਆ ਜਾਣਾ ਚਾਹੀਦਾ, ਹੰਕਾਰ ਨੂੰ ਛੱਡ ਕੇ, ਕਿਉਂਕਿ ਤੁਸੀਂ ਦੋਵੇਂ ਧਿਰਾਂ ਹੀ ਪਬਲਿਕ ਦੇ ਸਰਵੈਂਟ ਹੋ, ਚਾਹੇ ਉਹ ਸਰਕਾਰ ਹੈ ਤੇ ਚਾਹੇ ਉਹ ਸਰਕਾਰੀ ਮੁਲਾਜ਼ਮ ਹੈ। ਸੋ ਲੋਕ ਹਿੱਤਾਂ ਲਈ ਕੰਮ ਕਰੋ। ਮੈਂ ਇੰਨੀ ਤੁਹਾਨੂੰ ਅਪੀਲ ਕਰਨੀ ਸੀ ਕਿ ਇਹ ਹੜਤਾਲ ਤੋਂ ਗਰੇਜ ਕੀਤਾ ਜਾਵੇ, ਔਰ ਸਰਕਾਰ ਨੂੰ ਵੀ ਜਾਇਜ਼ ਮੰਗਾਂ ਭ੍ਰਿਸ਼ਟਾਚਾਰ ਤੋਂ ਹਟ ਕੇ ਜਿਹੜੀਆਂ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਨੇ।